ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ। ਸਾਹਿਬਜ਼ਾਦਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਪੇਸ਼ ਹੁੰਦੇ ਹਨ ਅਤੇ ਜੰਗ ਵਿੱਚ ਜਾਣ ਦੀ ਇਜਾਜ਼ਤ ਮੰਗਦੇ ਹਨ। ਕੋਲ ਖੜ੍ਹੇ ਭਾਈ ਦਇਆ ਸਿੰਘ ਅਤੇ ਬਾਕੀ ਸਿੰਘ ਗੁਰੂ ਜੀ ਨੂੰ ਅਜੀਤ ਸਿੰਘ ਨੂੰ ਰੋਕਣ ਲਈ ਕਹਿੰਦੇ ਹਨ। ਤਦ ਸਾਹਿਬ ਅਜੀਤ ਸਿੰਘ ਜੀ ਨੇ ਕਿਹਾ, ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, जीता गया तो युद्ध से जीता नहीं आऊँगा। ਗੁਰੂ ਗੋਬਿੰਦ ਸਿੰਘ ਜੀ ਖੁਸ਼ ਹੁੰਦੇ ਹੋਏ ਕਹਿੰਦੇ ਹਨ ਕਿ ਅਜੀਤ ਸਿੰਘ ਤੋਂ ਖੁਦ ਜੰਗ ਵਿੱਚ ਜਾਣ ਲਈ ਪੇਸ਼ ਹੋਇਆ ਹੈ। ਮੈਨੂੰ ਮਾਣ ਹੈ ਇਸ ਗੱਲ ਉੱਤੇ। ਗੁਰੂ ਗੋਬਿੰਦ ਸਿੰਘ ਜੀ ਖੁਦ ਸਾਹਿਬ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਜਾਣ ਲਈ ਤਿਆਰ ਕਰਦੇ ਹਨ। ਗੁਰੂ ਜੀ ਉਸ ਨੂੰ ਆਪਣੇ ਭੱਥੇ ਵਿੱਚੋਂ ਕੁਝ ਤੀਰ ਅਤੇ ਆਪਣੀ ਕਟਾਰ ਦਿੰਦੇ ਹਨ। ਸਾਹਿਬ ਅਜੀਤ ਸਿੰਘ ਦੇ ਨਾਲ ਜਾਣ ਵਾਲੇ ਸਿੰਘ ਸਨ ਭਾਈ ਮੁਕੰਦ ਸਿੰਘ, ਭਾਈ ਨੰਦ ਸਿੰਘ, ਭਾਈ ਦੇਵਾ ਸਿੰਘ ਅਤੇ ਭਾਈ ਈਸ਼ਰ ਸਿੰਘ। ਸਾਹਿਬ ਅਜੀਤ ਸਿੰਘ ਕੋਲ 3 ਤਰ੍ਹਾਂ ਦੇ ਹਥਿਆਰ ਸਨ। ਉਹਨਾਂ ਦੇ ਮੋਢੇ ਉੱਤੇ ਤੀਰਾਂ ਦਾ ਭਰਿਆ ਭੱਥਾ, ਦੂਜੇ ਮੋਢੇ ਉੱਤੇ ਕਮਾਨ, ਉਹਨਾਂ ਦੀ ਕਮਰਬੰਦ ਵਿੱਚ ਸ਼ਮਸ਼ੀਰ ਹੈ, ਉਹਨਾਂ ਦੀ ਪਿੱਠ ਉੱਤੇ ਉਹਨਾਂ ਨੇ ਬਰਸ਼ਾ ਟੰਗਿਆ ਹੈ। ਸਾਹਿਬ ਅਜੀਤ ਸਿੰਘ ਸਾਥੀ ਸਿੰਘਾਂ ਨਾਲ ਤੂਫਾਨ ਦੀ ਤਰ੍ਹਾਂ ਗੜੀ 'ਚੋਂ ਨਿਕਲੇ ਅਤੇ ਦੁਸ਼ਮਣ 'ਤੇ ਟੁੱਟ ਪਏ। ਪਹਿਲਾਂ ਬਾਬਾ ਅਜੀਤ ਸਿੰਘ ਨੇ ਕਈਆਂ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾਇਆ। ਤੀਰ ਖਤਮ ਹੋਏ। ਸਾਹਿਬ ਅਜੀਤ ਸਿੰਘ ਨੇ ਨੇਜ਼ੇ ਨਾਲ ਵੈਰੀ ਨੂੰ ਫੁੰਡਣਾ ਸ਼ੁਰੂ ਕਰ ਦਿੱਤਾ। ਅਣਗਿਣਤ ਦੁਸ਼ਮਣਾਂ ਨੂੰ ਜ਼ਮੀਨ ਉੱਤੇ ਸੁੱਟਦੇ ਹੋਏ ਉਹ ਵੈਰੀ ਦਲਾਂ ਦੇ ਬਿਲਕੁਲ ਵਿਚਕਾਰ ਚਲੇ ਗਏ। ਮੁਗਲਾਂ ਅਤੇ ਪਹਾੜੀਆਂ ਵਿੱਚ ਹਾਹਾਕਾਰ ਮਚ ਗਈ। ਸਾਹਿਬ ਅਜੀਤ ਸਿੰਘ ਦੀ ਯੁੱਧ ਨੀਤੀ ਦੇਖ ਕੇ ਵੱਡੇ ਵੱਡੇ ਜਰਨੈਲ ਦੰਗ ਰਹਿ ਗਏ। ਮੁਗਲ ਸੈਨਿਕਾਂ ਦੇ ਸਿਰ ਪੱਤਿਆਂ ਵਾਂਗ ਥੱਲੇ ਡਿੱਗ ਰਹੇ ਸਨ। ਇੱਕ ਇੱਕ ਕਰਕੇ ਸਿੰਘ ਵੀ ਸ਼ਹਾਦਤ ਪ੍ਰਾਪਤ ਕਰ ਰਹੇ ਸਨ। ਸਾਹਿਬ ਅਜੀਤ ਸਿੰਘ ਦਾ ਸਾਹਮਣਾ ਜਰਨੈਲ ਅਨਵਰ ਖਾਨ ਨਾਲ ਹੋਇਆ। ਇਹ ਸੂਬਾ ਸਰਹੰਦ ਦਾ ਮੰਨਿਆ ਪ੍ਰਮੰਨਿਆ ਜਰਨੈਲ ਸੀ ਅਤੇ ਮਲੇਰਕੋਟਲੇ ਵਾਲੇ ਨਵਾਬ ਸ਼ੇਰ ਮੁਹੰਮਦ ਖਾਂ ਦਾ ਰਿਸ਼ਤੇਦਾਰ ਸੀ। ਅਨਵਰ ਖਾਨ ਨੇ ਆਪਣਾ ਪੂਰਾ ਸਰੀਰ ਲੋਹੇ ਦੇ ਸੰਜੋਅ ਨਾਲ ਢਕਿਆ ਹੋਇਆ ਸੀ, ਜਦ ਕਿ ਸਾਹਿਬ ਅਜੀਤ ਸਿੰਘ ਦੇ ਆਮ ਬਸਤਰ ਪਹਿਨੇ ਸਨ। ਅਨਵਰ ਖਾਨ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਸਾਹਿਬ ਅਜੀਤ ਸਿੰਘ ਨੂੰ ਨੇਜ਼ੇ ਦਾ ਵਾਰ ਕਰਨ ਲਈ ਢੁਕਵੀਂ ਜਗ੍ਹਾ ਨਹੀਂ ਸੀ ਦਿਸ ਰਹੀ, ਕਿਉਂਕਿ ਉਸ ਨੇ ਪੂਰੇ ਸਰੀਰ 'ਤੇ ਸੰਜੋਅ ਪਹਿਨੀ ਸੀ। ਅਖੀਰ ਅਜੀਤ ਸਿੰਘ ਨੇ ਆਪਣੇ ਘੋੜੇ ਦੀਆਂ ਰਕਾਬਾਂ ਉੱਤੇ ਪੈਰ ਰੱਖ ਕੇ ਇੰਨੀ ਜ਼ੋਰ ਨਾਲ ਬਰਸ਼ਾ ਉਸ ਦੀ ਛਾਤੀ ਵਿੱਚ ਮਾਰਿਆ ਕਿ ਬਰਸ਼ਾ ਸਰੀਰ ਵਿੱਚੋਂ ਦੀ ਆਰ ਪਾਰ ਹੋ ਗਿਆ। ਅਨਵਰ ਖਾਨ ਜ਼ਮੀਨ 'ਤੇ ਡਿੱਗਾ ਅਤੇ ਮਾਰਿਆ ਗਿਆ। ਪਰ ਸਾਹਿਬ ਅਜੀਤ ਸਿੰਘ ਨੇ ਜਦੋਂ ਬਰਸ਼ੇ ਨੂੰ ਵਾਪਸ ਖਿੱਚਿਆ ਤਾਂ ਬਰਸ਼ੇ ਦਾ ਫਲ ਅਗਲਾ ਲੋਹੇ ਵਾਲਾ ਹਿੱਸਾ ਟੁੱਟ ਗਿਆ। ਸਾਹਿਬ ਅਜੀਤ ਸਿੰਘ ਦੇ ਹੱਥ ਸਿਰਫ ਲੱਕੜ ਦੀ ਡਾਂਗ ਰਹਿ ਗਈ। ਉਹਨਾਂ ਡਾਂਗ ਸੁੱਟੀ ਅਤੇ ਆਪਣੀ ਕਮਰਬੰਦ ਵਿੱਚੋਂ ਸ਼ਮਸ਼ੀਰ ਨੂੰ ਬੇਮਿਆਨ ਕੀਤਾ। ਤਲਵਾਰ ਨਾਲ ਵੈਰੀਆਂ ਦੇ ਆਹੂ ਲਾਹੁਣ ਲੱਗੇ। ਸਾਹਿਬ ਅਜੀਤ ਸਿੰਘ 'ਤੇ ਹਰ ਪਾਸੇ ਤੋਂ ਵਾਰ ਹੋ ਰਿਹਾ ਸੀ। ਦੁਸ਼ਮਣ ਫੌਜ ਦਾ ਹਰ ਸਿਪਾਹੀ ਚਾਹੁੰਦਾ ਸੀ ਕਿ ਇਸ ਨੂੰ ਮੇਰਾ ਤੀਰ ਵੱਜੇ, ਤਲਵਾਰ ਦਾ ਫੱਟ ਲੱਗੇ, ਨੇਜ਼ਾ ਲੱਗੇ, ਸਾਹਿਬ ਅਜੀਤ ਸਿੰਘ ਦੀ ਮੌਤ ਮੇਰੇ ਹੱਥੋਂ ਹੋਵੇ, ਤਾਂ ਜੋ ਮੈਂ ਬਾਦਸ਼ਾਹ ਤੋਂ ਇਨਾਮ ਪ੍ਰਾਪਤ ਕਰ ਸਕਾਂ ਕਿ ਗੁਰੂ ਗੋਬਿੰਦ ਸਿੰਘ ਬਾਗੀ ਦੇ ਪੁੱਤਰ ਨੂੰ ਮੈਂ ਕਤਲ ਕੀਤਾ ਹੈ। ਹਿੰਦੁਸਤਾਨ ਦੀ ਤਵਾਰੀਖ ਵਿੱਚ ਇਹ ਗੱਲ ਬੜੇ ਮਾਣ ਨਾਲ, ਫਖਰ ਨਾਲ, ਦਲੇਰੀ ਨਾਲ ਅਤੇ ਦ੍ਰਿੜਤਾ ਨਾਲ ਆਖੀ ਜਾਂਦੀ ਹੈ ਕਿ ਹਿੰਦੁਸਤਾਨ ਦੇ ਇਤਿਹਾਸ ਵਿੱਚ ਇੱਕ ਯੋਧਾ ਹੋਇਆ ਰਾਣਾ ਸਾਂਗਾ। ਮੈਦਾਨੇ ਜੰਗ ਵਿੱਚ ਲੜਦਿਆਂ ਉਸ ਦੇ ਜਿਸਮ 'ਤੇ 82 ਫੱਟ ਲੱਗੇ ਸਨ। ਅਫਸੋਸ ਹੈ, ਤਰਾਸਦੀ ਹੈ ਕਿ ਹਿੰਦੁਸਤਾਨ ਦੀ ਤਵਾਰੀਖ ਸਾਹਿਬ ਅਜੀਤ ਸਿੰਘ ਨੂੰ ਯਾਦ ਨਹੀਂ ਕਰਦੀ। ਤਾਰੀਖ ਦੇ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਸਾਹਿਬ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਜ਼ਮੀਨ ਉੱਤੇ ਡਿੱਗੇ ਤਾਂ ਉਹਨਾਂ ਦੇ ਸਰੀਰ ਉੱਤੇ 300 ਤੋਂ ਵੀ ਵੱਧ ਫੱਟ ਲੱਗੇ ਹੋਏ ਸਨ। ਲੜਦਿਆਂ ਲੜਦਿਆਂ ਸਾਹਿਬ ਅਜੀਤ ਸਿੰਘ ਦੀ ਤਲਵਾਰ ਵੀ ਖੁੰਡੀ ਹੋ ਚੁੱਕੀ ਹੈ, ਪਰ ਉਹ ਫਿਰ ਵੀ ਸ਼ੇਰ ਵਾਂਗ ਮੈਦਾਨੇ ਜੰਗ ਵਿੱਚ ਦਹਾੜ ਰਿਹਾ ਸੀ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਦਿਲਬੰਦ ਨੇ ਤਲਵਾਰ ਸੇ ਤਸਲੀਮ ਬਜਾਈ, गर्दन पाए आदाब दिलावर ने झुकाई। इस वक्फा में फौज सितम आरा उमड़ आई,
बरछी किसी बदबख्त ने पीछे से लगाई। ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਦੀ ਮਮਟੀ ਉੱਤੇ ਖੜੇ ਸਾਹਿਬ ਅਜੀਤ ਸਿੰਘ ਨੂੰ ਲੜਦਾ ਵੇਖਦੇ ਹਨ। ਸਾਹਿਬ ਅਜੀਤ ਸਿੰਘ ਨੇ ਤਲਵਾਰ ਨਾਲ ਗਰਦਨ ਝੁਕਾ ਕੇ ਗੁਰੂ ਪਿਤਾ ਵੱਲ ਸਿਜਦਾ ਕੀਤਾ, ਜਿਵੇਂ ਕੋਈ ਵਿਦਿਆਰਥੀ ਪ੍ਰੀਖਿਆ ਵਿੱਚ ਵਧੀਆ ਮੁਜ਼ਾਹਰਾ ਕਰਨ ਤੋਂ ਬਾਅਦ ਆਪਣੇ ਉਸਤਾਦ ਵੱਲ ਸਿਜਦਾ ਕਰਦਾ ਹੈ ਕਿ ਮੈਂ ਵਧੀਆ ਕੰਮ ਕੀਤਾ ਹੈ। ਇੰਨੇ ਸਮੇਂ ਵਿੱਚ ਦੁਸ਼ਮਣ ਫੌਜ ਹੋਰ ਕਰੀਬ ਆ ਗਈ। ਕਿਸੇ ਮੁਗਲ ਨੇ ਧੋਖੇ ਨਾਲ ਸਾਹਿਬ ਅਜੀਤ ਸਿੰਘ ਦੀ ਪਿੱਠ ਪਿੱਛੇ ਦੂਰੋਂ ਬਰਸ਼ੇ ਨਾਲ ਵਾਰ ਕੀਤਾ। ਬਰਸ਼ਾ ਸਾਹਿਬ ਅਜੀਤ ਸਿੰਘ ਦੀ ਛਾਤੀ ਦੇ ਆਰ-ਪਾਰ ਹੋ ਗਿਆ। ਫਿਰ ਕਈ ਤੀਰ ਇਕੱਠੇ ਸਾਹਿਬ ਅਜੀਤ ਸਿੰਘ ਦੀ ਛਾਤੀ ਵਿੱਚ ਆ ਵੱਜੇ। ਸਾਹਿਬ ਅਜੀਤ ਸਿੰਘ ਚੱਕਰ ਖਾ ਕੇ ਜ਼ਮੀਨ 'ਤੇ ਡਿੱਗ ਪਏ ਅਤੇ ਜਾਮ-ਏ-ਸ਼ਹਾਦਤ ਪ੍ਰਾਪਤ ਕਰ ਗਏ। ਇਹ ਬਰਸ਼ੇ ਦਾ ਵਾਰ ਕਰਨ ਵਾਲਾ ਸਮਾਣੇ ਦੇ ਵਸਨੀਕ ਸੱਯਦ ਜਲਾਲੂਦੀਨ ਦਾ ਪੋਤਰਾ ਸੀ, ਜਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ। ਕਵੀ ਲਿਖਦਾ ਹੈ ਕਿ त्योरा के गिरे जीन से सरकार ज़मीं पर, रूह खुलद गई और तन ਜ਼ਾਰ ਜ਼ਮੀਂ ਪਰ। ਸਾਹਿਬ ਅਜੀਤ ਸਿੰਘ ਜ਼ਮੀਨ 'ਤੇ ਡਿੱਗਦੇ ਹਨ ਅਤੇ ਸ਼ਹਾਦਤ ਪ੍ਰਾਪਤ ਕਰ ਜਾਂਦੇ ਹਨ। ਉਹਨਾਂ ਦੀ ਆਤਮਾ ਸੱਚਖੰਡ ਵੱਲ ਚਲੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਉੱਪਰ ਖੜੇ ਪੁੱਤਰ ਨੂੰ ਸ਼ਹੀਦ ਹੁੰਦਾ ਦੇਖ ਰਹੇ ਹਨ। ਗੁਰੂ ਜੀ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਨਾਲ ਅਸਮਾਨ ਵੀ ਕੰਬਣ ਲਾ ਦਿੱਤਾ। ਪਰਮਾਤਮਾ ਦਾ ਸ਼ੁਕਰ ਕੀਤਾ ਕਿ ਮੈਂ ਕਰਜ਼ੇ ਦੀ ਇੱਕ ਕਿਸ਼ਤ ਉਤਾਰ ਦਿੱਤੀ ਹੈ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਸ਼ਾਬਾਸ਼ ਪਿਸ਼ਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਸ਼ਾਬਾਸ਼ ਮੇਰੇ ਪੁੱਤਰ, ਤੂੰ ਬਹੁਤ ਬਹਾਦਰੀ ਅਤੇ ਦਲੇਰੀ ਨਾਲ ਲੜਿਆ। ਲੜਦਾ ਵੀ ਕਿਉਂ ਨਾ, ਤੂੰ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਜੋ ਸੀ। ਤਦ ਸਾਹਿਬ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਉਂਦਾ ਹੈ ਅਤੇ ਜੰਗ ਵਿੱਚ ਜਾਣ ਦੀ ਇਜਾਜ਼ਤ ਮੰਗਦਾ ਹੈ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਕੁਰਬਾਨ ਪਿਦਰ ਕੋ ਰਣ ਸੇ ਇਨਕਾਰ ਨਹੀਂ ਹੈ, ਸਿਨ ਖੇਲ ਕਾ ਹੈ ਰਨ ਕਾ ਸਜਾਵਾਰ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਜੁਝਾਰ ਸਿੰਘ, ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਹਾਕ ਨਹੀਂ ਮਾਰਨੀ ਪਈ, ਤੂੰ ਆਪਣੇ ਆਪ ਆਇਆ ਹੈ। ਜੁਝਾਰ ਸਿੰਘ, ਮੈਂ ਤੈਨੂੰ ਜੰਗ ਵਿੱਚ ਜਾਣ ਤੋਂ ਰੋਕਦਾ ਨਹੀਂ, ਪਰ ਪੁੱਤਰ ਤੇਰੀ ਤਾਂ ਅਜੇ ਖੇਡਣ ਦੀ ਉਮਰ ਹੈ, ਤੂੰ ਤਾਂ ਹਾਲੇ ਤੱਕ ਕਦੇ ਜੰਗ ਵਿੱਚ ਗਿਆ ਹੀ ਨਹੀਂ ਹੈ। ਤਦ ਸਾਹਿਬ ਜੁਝਾਰ ਸਿੰਘ ਕਹਿੰਦੇ ਹਨ ਕਿ ਇਸ ਬਾਰੇ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, भाई से बिछड़कर हमें जीना नहीं भाता, सोना नहीं खाना नहीं पीना नहीं भाता। ਗੁਰੂ ਪਿਤਾ, ਮੈਨੂੰ ਭਰਾ ਤੋਂ ਵਿਛੜ ਕੇ ਜਿਉਣਾ ਚੰਗਾ ਨਹੀਂ ਲੱਗਦਾ। ਇਸ ਹਾਲਤ ਵਿੱਚ ਨਾ ਹੀ ਸੌਣਾ, ਖਾਣਾ ਅਤੇ ਪੀਣਾ ਚੰਗਾ ਲੱਗਦਾ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, ਇਸ ਬਾਰੇ ਕਵੀ ਲਿਖਦਾ ਹੈ, ਆਤੀ ਹੈ ਚਲਾਨੀ ਤੁਮहें ਤਲਵਾਰ ਨਹੀਂ ਹੈ, यह गुल सा बदन काबिले सफार नहीं है। ਗੁਰੂ ਜੀ ਕਹਿੰਦੇ ਹਨ, ਪੁੱਤਰ ਅਜੇ ਤੈਨੂੰ ਚੰਗੀ ਤਰ੍ਹਾਂ ਤਲਵਾਰ ਚਲਾਉਣੀ ਵੀ ਨਹੀਂ ਆਉਂਦੀ। ਤੇਰਾ ਇਹ ਫੁੱਲਾਂ ਜਿਹਾ ਸਰੀਰ ਤੀਰਾਂ ਦੀਆਂ ਨੋਕਾਂ ਦੇ ਜ਼ਖਮ ਸਹਿਣ ਕਰ ਲਵੇਗਾ। ਪਰ ਫਿਰ ਵੀ ਜੇ ਤੂੰ ਜਾਣਾ ਚਾਹੁੰਦਾ ਹੈ ਤਾਂ ਮੈਂ ਤੈਨੂੰ ਰੋਕਾਂਗਾ ਨਹੀਂ। ਪਰ ਪੁੱਤਰ ਅਜੀਤ ਸਿੰਘ ਪਹਿਲਾਂ ਕਈ ਲੜਾਈਆਂ ਵਿੱਚ ਲੜ ਚੁੱਕਾ ਸੀ। ਆਨੰਦਪੁਰ ਦੀਆਂ ਲੜਾਈਆਂ, ਦੇਵਕੀ ਦਾਸ ਬ੍ਰਾਹਮਣ ਦੀ ਕੁੜੀ ਪਠਾਣਾਂ ਤੋਂ ਛਡਾਉਣ ਸਮੇਂ ਹੋਈ ਜੰਗ, ਭਾਈ ਬਚਿੱਤਰ ਸਿੰਘ ਨੂੰ ਮਲਕਪੁਰ ਰੰਗੜਾਂ ਤੋਂ ਚੁੱਕ ਕੇ ਲਿਆਉਣ ਸਮੇਂ ਰਸਤੇ 'ਚ ਹੋਈਆਂ ਝੜਪਾਂ। ਪਰ ਪੁੱਤਰ ਤੂੰ ਤਾਂ ਕਦੇ ਜੰਗ ਵਿੱਚ ਗਿਆ ਹੀ ਨਹੀਂ ਹੈ। ਪਰ ਜੇ ਤੂੰ ਜਾਣਾ ਚਾਹੁੰਦਾ ਹੀ ਹੈ ਤਾਂ ਮੈਨੂੰ ਖੁਸ਼ੀ ਹੈ, ਪਰ ਮੇਰੀਆਂ 2 ਗੱਲਾਂ ਦਾ ਧਿਆਨ ਰੱਖੀਂ। ਇਸ ਬਾਰੇ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ जब तीर कलेजे में लगे सी नहीं करना, उफ मुँह से मेरी जान कभी भी नहीं करना। ਗੁਰੂ ਜੀ ਕਹਿੰਦੇ ਹਨ, ਜੁਝਾਰ ਸਿੰਘ, ਜਦੋਂ ਤੇਰੀ ਛਾਤੀ ਵਿੱਚ ਤੀਰ ਵੱਜੇ ਤਾਂ ਤੇਰੀ ਜ਼ੁਬਾਨ 'ਤੇ ਸੀ ਸ਼ਬਦ ਨਹੀਂ ਆਉਣਾ ਚਾਹੀਦਾ। ਜਦੋਂ ਤੇਰੇ ਜਿਸਮ ਉੱਤੇ, ਗਰਦਨ ਉੱਤੇ ਤਲਵਾਰ ਦਾ ਵਾਰ ਹੋਵੇ ਤਾਂ ਉਫ ਸ਼ਬਦ ਤੇਰੇ ਮੂੰਹ ਵਿੱਚੋਂ ਨਹੀਂ ਨਿਕਲਣਾ ਚਾਹੀਦਾ।
ਗੁਰੂ ਜੀ ਅਤੇ ਜੁਝਾਰ ਸਿੰਘ ਵਿੱਚ ਵਾਰਤਾਲਾਪ ਹੋ ਰਹੀ ਹੈ। ਭਾਈ ਦਇਆ ਸਿੰਘ, ਭਾਈ ਦਾਨ ਸਿੰਘ ਅਤੇ ਬਾਕੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਕਹਿੰਦੇ ਹਨ ਕਿ ਪਾਤਸ਼ਾਹ, ਇਹ ਕੀ ਕਰਨ ਲੱਗੇ ਹੋ? ਜੁਝਾਰ ਸਿੰਘ ਨੂੰ ਜੰਗ ਵਿੱਚ ਤੋਰਨ ਲੱਗੇ ਹੋ? ਸਾਡੇ ਸਿਰ ਉੱਤੇ ਉਲਾਂਭਿਆਂ ਦੀ ਪੰਡ ਦੇਣ ਲੱਗੇ ਹੋ? ਅਸੀਂ ਦੁਨੀਆ ਦੀ ਤਵਾਰੀਖ ਨੂੰ ਕੀ ਜਵਾਬ ਦੇਵਾਂਗੇ ਕਿ ਸਾਡੇ ਵਰਗੇ ਯੋਧੇ ਬਹਾਦਰ, ਯੁੱਧ ਨੀਤੀ ਦੇ ਮਾਹਿਰ ਚਮਕੌਰ ਦੀ ਗੜੀ ਵਿੱਚ ਮੌਜੂਦ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਾਸੂਮ ਪੁੱਤਰ ਨੂੰ ਜੰਗ ਵਿੱਚ ਭੇਜ ਦਿੱਤਾ। ਤੁਸੀਂ ਇੱਕ ਪੁੱਤਰ ਨੂੰ ਤਾਂ ਬਚਾ ਲਵੋ, ਇੱਕ ਕੁਲ ਦਾ ਦੀਵਾ ਤਾਂ ਜਗਿਆ ਰਹਿਣ ਦੇਵੋ। ਤਦ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਭਾਈ ਦਇਆ ਸਿੰਘ, ਮੈਨੂੰ ਰਤਾ ਪਰਵਾਹ ਨਹੀਂ, ਇਹ ਜੱਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ। ਮੈਂ ਸਿੱਖੀ ਵਿੱਚ ਹੀ ਵਖੇਵਾਂ ਨਹੀਂ ਪਾ ਸਕਦਾ। ਦਇਆ ਸਿੰਘ, ਜੇ ਤੁਹਾਨੂੰ ਦੁਨੀਆ ਦੇ ਉਲਾਂਭਿਆਂ ਦਾ ਡਰ ਹੈ ਤਾਂ ਮੈਨੂੰ ਤੁਹਾਡੇ ਨਾਲੋਂ ਵੀ ਵੱਧ ਫਿਕਰ ਹੈ। ਮੈਂ ਤਵਾਰੀਖ ਵਿੱਚ ਇਹ ਗੱਲ ਦਰਜ ਨਹੀਂ ਕਰਾਉਣੀ ਚਾਹੁੰਦਾ ਕਿ ਕਿਸੇ ਕੌਮ ਦੇ ਰਹਿਬਰ ਨੇ ਆਪਣੇ ਪੁੱਤਰਾਂ ਅਤੇ ਚੇਲਿਆਂ ਵਿੱਚ ਫਰਕ ਰੱਖਿਆ, ਆਪਣੀ ਨਾਦੀ ਸੰਤਾਨ ਅਤੇ ਵੇਦੀ ਸੰਤਾਨ ਨੂੰ ਇੱਕੋ ਜਿਹਾ ਨਹੀਂ ਸਮਝਿਆ। ਜੁਝਾਰ ਸਿੰਘ ਮੈਦਾਨੇ ਜੰਗ ਵਿੱਚ ਜ਼ਰੂਰ ਜਾਵੇਗਾ। ਤਦ ਸਾਹਿਬ ਜੁਝਾਰ ਸਿੰਘ ਕਹਿਣ ਲੱਗੇ ਅਤੇ ਇਸ ਬਾਰੇ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ लड़ना नहीं आता मुझे मरना तो आता है, खुद बढ़ के गला तेग पे धरना तो आता है। ਸਾਹਿਬ ਜੁਝਾਰ ਸਿੰਘ ਕਹਿੰਦੇ ਹਨ ਕਿ ਫਿਰ ਕੀ ਹੋਇਆ ਜੇ ਮੈਨੂੰ ਜੰਗ ਵਿੱਚ ਲੜਨਾ ਨਹੀਂ ਆਉਂਦਾ, ਮਰਨਾ ਤਾਂ ਆਉਂਦਾ ਹੈ ਤੇ ਅੱਗੇ ਵੱਧ ਕੇ ਗਰਦਨ ਤਲਵਾਰ ਦੀ ਧਾਰ 'ਤੇ ਰੱਖਣੀ ਤਾਂ ਆਉਂਦੀ ਹੈ। ਸਾਹਿਬ ਜੁਝਾਰ ਸਿੰਘ ਕਹਿਣ ਲੱਗੇ, ਗੁਰੂ ਪਿਤਾ, ਮੈਨੂੰ ਵੀ ਸ਼ਸਤਰ ਬਖਸ਼ੋ ਜਿਵੇਂ ਵੱਡੇ ਭਰਾ ਨੂੰ ਦਿੱਤੇ ਸਨ। तद गुरु गोबिंद सिंह जी कहन लगे, हम देते हैं खंजर उसे शमशीर समझना, नेजे की जगह दादा का तुम तीर समझना, जितने मरे उससे उन्हें बेपीर समझना, जख्म आए हो ना नहीं दलगीर समझना। गुरु जी ने अपना खंजर साहिब जुझार सिंह नूं दिंदे होए कहा कि मेरे इस खंजर नूं तलवार समझी, ਨੇਜੇ ਦੀ ਥਾਂ ਇਸ ਨੂੰ ਆਪਣੇ ਦਾਦਾ ਜੀ ਦਾ ਤੀਰ ਸਮਝ ਲੈਣਾ। ਜਿੰਨੇ ਉਸ ਨਾਲ ਮਰਨ ਸਮਝ ਲੈਣਾ ਕਿ ਉਹ ਸਾਰੇ ਹੀ ਨਿਗੁਰੇ ਸਨ। ਜੇ ਕੋਈ ਜ਼ਖਮ ਵੀ ਲੱਗ ਜਾਣ ਤਾਂ ਦਿਲ ਨਹੀਂ ਛੱਡਣਾ, ਦੇਖੀ ਫੱਟ ਲੱਗਣ 'ਤੇ ਹੌਸਲਾ ਨਹੀਂ ਛੱਡਣਾ। ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥੀਂ ਸਾਹਿਬ ਜੁਝਾਰ ਨੂੰ ਮੈਦਾਨੇ ਜੰਗ ਵੱਲ ਤੋਰ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੁਝਾਰ ਨੂੰ ਕਹਿਣ ਲੱਗੇ, लो आओ बेटा आओ तुम्हें खूब सजा दें, छोटी सी तेग छोटी सी कलगी सजा दें, लो जाओ बेटा युद्ध में वो जौहर दिखाना, दुश्मन हो खौफ दंग रह जाए ज़माना। आ मेरे पुत्र, तैनू छोटी तेग ਅਤੇ ਕਲਗੀ ਨਾਲ ਸਜਾ ਦੇਵਾਂ। ਤੂੰ ਯੁੱਧ ਵਿੱਚ ਜਾ ਕੇ ਉਹ ਜੌਹਰ ਵਿਖਾਉਣੇ ਹਨ ਕਿ ਦੁਸ਼ਮਣ ਖੌਫ ਨਾਲ ਹੀ ਦਿਲ ਛੱਡ ਜਾਵੇ ਤੇ ਦੁਨੀਆ ਤੇਰੀ ਬਹਾਦਰੀ ਦਾ ਲੋਹਾ ਮੰਨੇ। ਗੁਰੂ ਜੀ ਨੇ ਕਿਹਾ ਕਿ ਸਾਹਿਬ ਜੁਝਾਰ ਸਿੰਘ, ਮੇਰੀ ਇੱਕ ਇੱਛਾ ਹੈ ਕਿ ख्वाहिश है तुम्हें तेग चलाते हुए देखें, हम आँख से बरशी तुम्हें खाते हुए देखें। ਪੁੱਤਰ, ਮੈਂ ਤੈਨੂੰ ਮੈਦਾਨੇ ਜੰਗ ਵਿੱਚ ਤਲਵਾਰ ਚਲਾਉਂਦਿਆਂ ਵੇਖਾਂ ਅਤੇ ਆਪਣੀਆਂ ਅੱਖਾਂ ਨਾਲ ਤੇਰੇ ਸਰੀਰ ਉੱਤੇ ਬਰਸ਼ੇ, ਤਲਵਾਰ ਅਤੇ ਤੀਰਾਂ ਦੇ ਫੱਟ ਲੱਗਦਿਆਂ ਵੇਖਾਂ। ਪੁੱਤਰ, ਮੈਂ ਤੈਨੂੰ ਜੰਗ ਵਿੱਚ ਜੂਝਦਾ ਅਤੇ ਸ਼ਹੀਦ ਹੁੰਦਾ ਦੇਖਣਾ ਚਾਹੁੰਦਾ ਹਾਂ। ਸਾਹਿਬ ਜੁਝਾਰ ਸਿੰਘ ਨਾਲ ਦੇ 4 ਸਿੰਘਾਂ ਨਾਲ ਮੈਦਾਨੇ ਜੰਗ ਵਿੱਚ ਜਾਂਦਾ ਹੈ। ਛੋਟੀ ਉਮਰ ਦੇ ਜੁਝਾਰ ਸਿੰਘ ਨੂੰ ਜੰਗ ਵਿੱਚ ਦੇਖ ਕੇ ਵੈਰੀ ਦੰਗ ਰਹਿ ਜਾਂਦੇ ਹਨ। ਜੁਝਾਰ ਸਿੰਘ ਤੂਫਾਨ ਦੀ ਤਰ੍ਹਾਂ ਲੜਦਾ ਵੈਰੀ ਦਲਾਂ ਦੇ ਆਹੂ ਲਾਹੁਣ ਲੱਗਾ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਮੈਂ ਸਾਹਿਬ ਜੁਝਾਰ ਸਿੰਘ ਦੀ ਤਲਵਾਰ ਦੀ ਸਿਫਤ ਆਪਣੀ ਜੀਭ ਰੂਪੀ ਤਲਵਾਰ ਨਾਲ ਕਿਵੇਂ ਦੱਸਾਂ। ਉਸ ਰਫਤਾਰ ਨਾਲ ਤਾਂ ਜੀਭ ਬੋਲਦੀ ਨਹੀਂ ਜਿਸ ਰਫਤਾਰ ਨਾਲ ਉਹ ਤੇਗ ਚਲਾ ਰਿਹਾ ਸੀ। ਦੁਸ਼ਮਣ ਕਹਿ ਰਿਹਾ ਸੀ ਕਿ ਬੋਲੇ ਅਦੂ, ਇਹ ਵਰਕ ਹੈ ਤਲਵਾਰ ਨਹੀਂ ਹੈ,
इस काट का देखा कभी हथियार नहीं है। ਇਹ ਤਲਵਾਰ ਨਹੀਂ, ਇਹ ਤਾਂ ਅਸਮਾਨੀ ਬਿਜਲੀ ਹੈ। ਅਸੀਂ ਇਸ ਤਰ੍ਹਾਂ ਦਾ ਤਲਵਾਰ ਚਲਾਉਣ ਵਾਲਾ ਪਹਿਲਾਂ ਕਦੇ ਨਹੀਂ ਦੇਖਿਆ। ਸਾਹਿਬ ਜੁਝਾਰ ਸਿੰਘ ਅਤੇ ਬਾਕੀ 4 ਸਿੰਘਾਂ ਨੇ ਵੈਰੀ ਦਲਾਂ ਨੂੰ ਚੀਰ ਕੇ ਰੱਖ ਦਿੱਤਾ। ਸਾਹਿਬ ਜੁਝਾਰ ਸਿੰਘ ਅਤੇ ਬਾਕੀ 4 ਸਿੰਘਾਂ ਨੇ ਵੈਰੀ ਦਲਾਂ ਨੂੰ ਚੀਰ ਕੇ ਰੱਖ ਦਿੱਤਾ। ਪਹਾੜੀ ਅਤੇ ਮੁਗਲ ਸੈਨਿਕ ਹਜ਼ਾਰਾਂ ਦੀ ਗਿਣਤੀ ਵਿੱਚ ਲਾਸ਼ਾਂ ਬਣ ਕੇ ਜ਼ਮੀਨ 'ਤੇ ਡਿੱਗ ਰਹੇ ਸਨ। ਵੈਰੀ ਦਲ ਦੇ ਜਰਨੈਲ ਹੈਰਾਨ ਅਤੇ ਪਰੇਸ਼ਾਨ ਸਨ, ਕਿਉਂਕਿ ਉਹ ਸਿੰਘਾਂ ਦੇ ਹੌਸਲੇ, ਬਹਾਦਰੀ ਅਤੇ ਯੁੱਧ ਨੀਤੀ ਨੂੰ ਚੈਲੰਜ ਨਹੀਂ ਕਰ ਪਾਏ ਸਨ। ਅੱਲਾ ਯਾਰ ਖਾਂ ਜੋਗੀ ਆਪਣੀ ਕਵਿਤਾ ਗੰਜ-ਏ-ਸ਼ਹੀਦਾਂ ਵਿੱਚ ਲਿਖਦਾ ਹੈ ਕਿ 10-20 को जख्मी किया, 10-20 को मारा, एक हमले में एक ने 21 को मारा, खन्नास को मारा, कभी इबलीस को मारा, गुल मच गया एक तिफल ने 40 को मारा, बच लड़ो कलगियों वाले के पिसर से, यह नीम चालाए हैं गुरु जी की कमर से। ਸਾਹਿਬ ਜੁਝਾਰ ਸਿੰਘ ਨੇ 10-20 ਵਿਅਕਤੀ ਮਾਰ ਦਿੱਤੇ ਅਤੇ ਹੋਰ 10-20 ਜ਼ਖਮੀ ਕਰ ਦਿੱਤੇ। ਇੱਕ ਭਰਵੇਂ ਹਮਲੇ ਵਿੱਚ ਉਸ ਇਕੱਲੇ ਨੇ 21 ਜਣਿਆਂ ਨੂੰ ਖਤਮ ਕਰ ਦਿੱਤਾ। ਕਦੀ ਕਿਸੇ ਜਰਨੈਲ ਨੂੰ ਮਾਰ ਮੁਕਾਇਆ, ਕਦੇ ਕਿਸੇ ਨਵਾਬ ਨੂੰ ਮਾਰ ਮੁਕਾਇਆ। ਦੁਸ਼ਮਣ ਦਲਾਂ ਵਿੱਚ ਸ਼ੋਰ ਮਚ ਗਿਆ ਕਿ ਇੱਕ ਛੋਟੇ ਬੱਚੇ ਨੇ ਦੁਮ ਚਾਲੀ ਦੁਸ਼ਮਣ ਉਡਾ ਦਿੱਤੇ। ਦੁਸ਼ਮਣ ਜਰਨੈਲ ਉੱਚੀ ਕਹਿ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਪੁੱਤਰ ਤੋਂ ਬਚ ਕੇ ਲੜੋ, ਇਸ ਕੋਲ ਗੁਰੂ ਗੋਬਿੰਦ ਸਿੰਘ ਦੀ ਛੋਟੀ ਤਲਵਾਰ ਹੈ। ਸਾਹਿਬ ਜੁਝਾਰ ਸਿੰਘ ਕੋਲੋਂ ਵੱਡੇ ਬਹਾਦਰ ਹਾਰ ਗਏ। ਸਾਹਿਬ ਜੁਝਾਰ ਸਿੰਘ ਦੇ ਸਰੀਰ ਉੱਤੇ ਕਾਫੀ ਫੱਟ ਲੱਗੇ ਹੋਏ ਸਨ। ਉਹ ਕਾਫੀ ਜ਼ਖਮੀ ਹੋ ਚੁੱਕਾ ਹੈ। ਸਾਹਿਬ ਜੁਝਾਰ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਵੱਡੇ ਭਰਾ ਦੀ ਲਾਸ਼ ਨਜ਼ਰ ਆਈ। ਸਾਹਿਬ ਜੁਝਾਰ ਸਿੰਘ ਕੋਲ ਜਾਂਦੇ ਹਨ। ਸਾਹਿਬ ਜੁਝਾਰ ਸਿੰਘ ਕਹਿੰਦੇ ਹਨ, ਜਿਸ ਬਾਰੇ ਕਵੀ ਲਿਖਦਾ ਹੈ ਕਿ ਭਾਈ ਤੁਮੇ ਜਬ ਗੰਜ ਸ਼ਹੀਦਾਂ ਕੀ ਜ਼ਮੀਂ ਹੈ, ਠਾਨੀ ਹੋਈ ਹਮਨੇ ਵੀ ਬਸੇਰੇ ਕੀ ਯਹੀਂ ਹੈ। ਮੇਰੇ ਪਿਆਰੇ ਵੱਡੇ ਵੀਰ, ਜਦੋਂ ਤੈਨੂੰ ਸ਼ਹੀਦਾਂ ਦੇ ਖਜ਼ਾਨੇ ਵਾਲੀ ਇਹ ਧਰਤੀ ਪ੍ਰਵਾਨ ਹੈ, ਤਾਂ ਮੈਂ ਵੀ ਤੇਰੇ ਕੋਲ ਇੱਥੇ ਰਹਿਣ ਦਾ ਪਰਪੱਕ ਇਰਾਦਾ ਬਣਾ ਲਿਆ ਹੈ। इतने में खदंग आके लगा है तीर जिगर में, था तीर कलेजे में या कांटा गुलतर में। ਇੰਨੇ ਸਮੇਂ ਵਿੱਚ ਇੱਕ ਦੂਰੋਂ ਛੱਡਿਆ ਵੱਡਾ ਤੀਰ ਸਾਹਿਬ ਜੁਝਾਰ ਸਿੰਘ ਦੇ ਜਿਗਰ ਵਿੱਚ ਆ ਲੱਗਿਆ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਸੋਹਣੇ ਫੁੱਲ ਵਿੱਚ ਕੰਡਾ ਖੁੱਭ ਗਿਆ ਹੋਵੇ। त्योरा के गिरा लखते जिगर पर, क्या गुजरी है इस वक्त कहूँ क्या मैं पिदर पर। ਕਈ ਇਕੱਠੇ ਵਾਰ ਜੁਝਾਰ ਸਿੰਘ 'ਤੇ ਹੋਏ। ਸਾਹਿਬ ਜੁਝਾਰ ਸਿੰਘ ਵੀ ਭਰਾ ਦੇ ਕੋਲ ਜ਼ਮੀਨ 'ਤੇ ਡਿੱਗ ਪਏ। ਸਾਹਿਬ ਜੁਝਾਰ ਸਿੰਘ ਜਾਮੇ ਸ਼ਹਾਦਤ ਪੀ ਚੁੱਕਾ ਸੀ। ਸੂਫੀ ਹਕੀਮ ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ ਕਿ ਮੈਂ ਕੀ ਬਿਆਨ ਕਰਾਂ, ਇਸ ਵਕਤ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ 'ਤੇ ਕੀ ਬੀਤੀ ਹੋਵੇਗੀ। ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ 'ਤੇ ਖੜ੍ਹੇ ਸਾਹਿਬ ਜੁਝਾਰ ਸਿੰਘ ਨੂੰ ਸ਼ਹਾਦਤ ਪ੍ਰਾਪਤ ਕਰਦਾ ਦੇਖਦੇ ਹਨ ਅਤੇ ਪਰਮਾਤਮਾ ਦਾ ਸ਼ੁਕਰ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਉੱਚੀ ਆਵਾਜ਼ ਵਿੱਚ ਕਿਹਾ, ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਆਸਮਾਨ ਕੰਬ ਕੇ ਗੂੰਜ ਉੱਠਿਆ। ਇੱਕ ਕਵੀ ਨੇ ਬਹੁਤ ਖੂਬ ਲਿਖਿਆ ਹੈ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਉਹਨੂੰ ਉਂਗਲੀ ਲਾ ਕੇ ਲੈ ਗਿਆ ਉਹਦਾ ਵੀਰ ਵਡੇਰਾ। ਧੰਨ ਕਲਗੀ ਵਾਲੇ ਪਾਤਸ਼ਾਹ, ਧੰਨ ਤੇਰਾ ਜ਼ੇਰਾ। ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ, ਪੰਥ ਵਸੇ ਮੈਂ ਉਜੜਾ, ਮਨ ਚਾਓ ਕਨੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਗੁਰੂ ਜੀ ਨੇ ਕਿਹਾ, ਮੇਰਾ ਖਾਲਸਾ ਬਸਦਾ ਰਹੇ, ਮੇਰਾ ਚਾਹੇ ਕੁਝ ਵੀ ਨਾ ਬਚੇ। ਪਰਮਾਤਮਾ ਦਾ ਦਿੱਤਾ ਹੋਇਆ ਪਰਮਾਤਮਾ ਦੇ ਹਵਾਲੇ ਕਰ ਦਿੱਤਾ। ਮੇਰਾ ਤਾਂ ਕੁਝ ਇਸ ਵਿੱਚ ਹੈ ਹੀ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵੀ ਅੱਥਰੂ ਨਹੀਂ ਵਹਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਤਵਾਰੀਖ ਨੂੰ ਮਾਣ ਬਖਸ਼ਿਆ ਅਤੇ ਆਪਣੇ ਨਾਬਾਲਿਗ ਪੁੱਤਰਾਂ ਨੂੰ ਜੰਗ ਵਿੱਚ ਤੋਰ ਚਮਕੌਰ ਦੀ ਗੜੀ 'ਤੇ ਖੜ੍ਹੇ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਾ ਦੇਖਦੇ ਹਨ।
ਅਤੇ ਸ਼ਾਬਾਸ਼ ਦਿੰਦੇ ਹਨ ਕਿ ਬਹੁਤ ਦਲੇਰੀ ਨਾਲ ਤੁਸੀਂ ਲੜੇ ਹੋ। ਅੱਲਾ ਯਾਰਖਾਂ ਜੋਗੀ ਲਿਖਦਾ ਹੈ ਕਿ ਦੁਨੀਆ ਵਿੱਚ ਸਭ ਤੋਂ ਪਵਿੱਤਰ ਜੇ ਕੋਈ ਜਗ੍ਹਾ ਸਥਾਨ ਹੈ ਉਹ ਚਮਕੌਰ ਦੀ ਧਰਤੀ ਹੈ, ਜਿੱਥੇ ਇੱਕ ਪਿਤਾ ਨੇ ਧਰਮ, ਸੱਚ ਅਤੇ ਮਾਨਵਤਾ ਲਈ ਆਪਣੇ ਪੁੱਤਰਾਂ ਦਾ ਬਲੀਦਾਨ ਦਿੱਤਾ। ਬਸ एक हिंद में तीर्थ है यात्रा के लिए, कटाए बाप ने बच्चे यहाँ खुदा के लिए। चमक है मेहर की चमकौर तेरे ज़ुर्रे में, यहीं से बनके सितारे गए शमा के लिए। ਅੱਲਾ ਯਾਰਖਾਂ ਜੋਗੀ ਲਿਖਦਾ ਹੈ ਕਿ ਸਾਰੇ ਭਾਰਤ ਵਿੱਚ ਯਾਤਰਾ ਦੇ ਲਈ ਸਿਰਫ ਇੱਕ ਹੀ ਤੀਰਥ ਹੈ, ਚਮਕੌਰ ਸਾਹਿਬ, ਜਿੱਥੇ ਇੱਕ ਬਾਪ ਨੇ ਪਰਮਾਤਮਾ ਦੇ ਹੁਕਮ ਅਨੁਸਾਰ ਆਪਣੇ ਪੁੱਤ ਕਤਲ ਕਰਵਾ ਦਿੱਤੇ। ਇਹ ਚਮਕੌਰ ਤੇਰੇ ਕਿਣਕੇ ਕਿਣਕੇ ਉੱਤੇ ਵਾਹਿਗੁਰੂ ਦੀ ਮਿਹਰ ਹੈ। ਆਸਮਾਨ ਨੂੰ ਚਮਕਾਉਣ ਲਈ ਇੱਥੋਂ ਹੀ ਸਿਤਾਰੇ ਆਪਣਾ ਰੂਪ ਧਾਰ ਕੇ ਗਏ ਹਨ। करतार की सौगंध है, नानक की कसम है, जितनी भी हो गोबिंद की तारीफ वह कम है। ਅੱਲਾ ਯਾਰਖਾਂ ਜੋਗੀ ਲਿਖਦਾ ਹੈ ਕਿ ਮੈਂ ਵਾਹਿਗੁਰੂ ਦੀ ਸਹੁੰ ਅਤੇ ਗੁਰੂ ਨਾਨਕ ਦੀ ਕਸਮ ਖਾਂਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਉਹ ਥੋੜ੍ਹੀ ਹੈ। ਹਰ ਚੰਦ ਮੇਰੇ ਹਾਥ ਮੇਂ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂੰ ਵਸ਼ਫ ਕਹਾਂ ਤਾਬੇ ਰਕਮ ਹੈ। ਕਵੀ ਕਹਿੰਦਾ ਹੈ ਕਿ ਬੇਸ਼ੱਕ ਮੇਰੇ ਹੱਥ ਵਿੱਚ ਬਹੁਤ ਸ਼ਕਤੀਸ਼ਾਲੀ ਕਲਮ ਹੈ, ਪਰ ਫਿਰ ਵੀ ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਮੈਂ ਗੁਰੂ ਗੋਬਿੰਦ ਸਿੰਘ ਦੀਆਂ ਸਾਰੀਆਂ ਖੂਬੀਆਂ ਲਿਖ ਸਕਾਂ, ਸਤਿਗੁਰ ਦੀ ਵਡਿਆਈ ਲਿਖ ਸਕਾਂ। ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਾਹਰ ਕੋ ਦੇਖੇ, ਸਾਹਿਲ ਕੋ ਜਾਂ ਮੰਝਦਾਰ ਕੋ ਜਾਂ ਲਹਿਰ ਕੋ ਦੇਖੇ। ਕਵੀ ਕਹਿੰਦਾ ਹੈ ਕਿ ਮੈਂ ਇੱਕ ਬੁਲਬੁਲੇ ਦੀ ਤਰ੍ਹਾਂ ਹਾਂ। ਮੈਂ ਆਪਣੀ ਅੱਖ ਨਾਲ ਗੁਰੂ ਗੋਬਿੰਦ ਸਿੰਘ ਜੀ ਜੋ ਸਮੁੰਦਰ ਹਨ ਉਹਨਾਂ ਦਾ ਕਿਵੇਂ ਨਿਰਣਾ ਕਰਾਂ। ਮੈਂ ਤੱਟ ਨੂੰ ਵੇਖਾਂ, ਮੰਝ ਧਾਰ ਨੂੰ ਵੇਖਾਂ ਜਾਂ ਲਹਿਰ ਨੂੰ ਵੇਖਾਂ। ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਦਿਗਰ ਥਾ। ਸੱਚੀ ਗੱਲ ਤਾਂ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਰੁਤਬਾ ਹੀ ਵੱਖਰਾ ਹੈ, ਉਹਨਾਂ ਦੀ ਗੱਲ ਹੀ ਵੱਖਰੀ ਹੈ। ਸਾਰੀ ਦੁਨੀਆ ਦੇ ਪੀਰ ਪੈਗੰਬਰ ਗੁਰੂ ਰਿਸ਼ੀਆਂ ਨਾਲੋਂ ਸ਼ਾਨ ਹੀ ਨਿਰਾਲੀ ਹੈ। ਕਟਵਾ ਦਿਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਨਾ ਕਰ, रूह फूक दी गोबिंद ने औलाद कटाकर। श्री कृष्ण ने गीता ਦਾ ਉਪਦੇਸ਼ ਦੇ ਕੇ ਸਿਰਫ ਆਪਣੇ ਉਪਾਸ਼ਕ ਕਤਲ ਕਰਵਾਏ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਦੇ ਕੇ ਮੁਰਦਾ ਹੋਈ ਮਾਨਵਤਾ, ਕਾਇਰ ਹੋਏ ਲੋਕਾਂ ਵਿੱਚ ਨਵੀਂ ਰੂਹ ਫੂਕ ਦਿੱਤੀ। ਖਾਲਸੇ ਲਈ ਉਹ ਪੂਰਨੇ ਪਾ ਦਿੱਤੇ ਜੋ ਕਿਸੇ ਹੋਰ ਧਰਮ ਵਿੱਚ ਨਹੀਂ ਮਿਲਦੇ।